ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਅ ਵੈਰੀ ਗੁੱਡ ਮਾਰਨਿੰਗ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਬਹੁਤ ਮਿਹਰਬਾਨੀ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ। ਜੌਲ ਸਾਹਿਬ ਗੱਲਬਾਤ ਕਰੀਏ ਕੁਝ ਲੋਕਲ ਨਿਊਜ਼ ਦੇ ਬਾਰੇ। ਭਾਵ ਬਰੈਂਪਟਨ ਦੇ ਵਿੱਚ 27 ਘਰ ਅਜਿਹੇ ਇਸ ਵੇਲੇ ਸਾਹਮਣੇ ਆ ਰਹੇ ਨੇ ਜੋ ਮਾਰਚ 31 ਤੋਂ ਲੈ ਕੇ ਉਹ ਘਰ ਨੇ ਜਿਹਨਾਂ ਦੀਆਂ ਘਰਾਂ ਦੇ ਵਿੱਚ ਅੱਗ ਲੱਗੀਆਂ ਨੇ। ਥੋੜ੍ਹੀਆਂ ਲੱਗੀਆਂ ਨੇ, ਜ਼ਿਆਦਾ ਲੱਗੀਆਂ ਨੇ, ਪਰੰਤੂ 22 ਉਹ ਘਰ ਨੇ ਜਿਨ੍ਹਾਂ ਦੇ ਵਿੱਚ ਇਲੀਗਲ ਰੈਂਟਲ ਯੂਨਿਟਸ ਹਨ, ਜੋ ਆਪਾਂ ਬੇਸਮੈਂਟ ਕਹਿੰਦੇ ਹਾਂ। ਜੀ ਅਰਸ਼, ਚਲੋ ਮੈਂ ਸਮਝਾਂਗਾ ਵੀ ਆਪੋ ਆਪਣੇ ਤਰੀਕੇ ਦੇ ਨਾਲ ਠੀਕ ਤਾਂ ਹਰ ਵਿਅਕਤੀ ਆ, ਪਰ ਜੇ ਹੁਣ ਤੇ ਜਾਣੀ ਕੈਨੇਡਾ 'ਚ ਆ ਕੇ ਵੀ ਪੂਰੀਆਂ ਨਹੀਂ ਪੈ ਰਹੀਆਂ ਵੀ ਨੁਕਸੇ ਹੀ ਨੁਕਸੇ ਆ ਵੀ ਸਾਨੂੰ ਇਲੀਗਲ ਬੇਸਮੈਂਟ ਨਹੀਂ ਚਲਾਉਣ ਦਿੱਤੀ ਜਾ ਰਹੀ। ਤੇ ਚਲੋ ਆਪੋ ਆਪਣੇ ਸਿਟੀ ਦੇ ਵਿੱਚ ਬਾਈ ਲਾਜ਼ ਜਿਹੜੇ ਉਹ ਡਿਫਰੈਂਟ ਆ, ਬਟ ਜਿਹੜੇ ਵੀ ਸਿਟੀ 'ਚ ਆਪਾਂ ਰਹਿਣ ਦਾ ਫੈਸਲਾ ਕਰੀਏ ਜਾਣੀ ਉਹਦੇ ਜਿਹੜੇ ਬਾਈ ਲਾਜ਼ ਹੋਣ ਉਹ ਫਿਰ ਰੈਜ਼ੀਡੈਂਟਸ ਦਾ ਮੰਨਣਾ ਉਸ ਨੂੰ ਕਹਿ ਲਓ ਵੀ ਰਿਸਪੋਂਸੀਬਿਲਿਟੀ ਬਣ ਜਾਂਦੀ ਆ, ਤੇ ਨਹੀਂ ਤੇ ਫਿਰ ਉਹ ਸਿਟੀ ਚੋਂ ਮੂਵ ਹੋ ਸਕਦੇ ਹੁੰਦੇ। ਇਹ ਫਰੀਡਮ ਸਾਰੇ ਕੈਨੇਡੀਅਨਸ ਨੂੰ ਇੱਕੋ ਜਿਹੀ ਆ ਜੀ ਵੀ ਜਿਹੜੇ ਸ਼ਹਿਰ ਦਾ ਕੋਈ ਸਾਨੂੰ ਬਾਈਲਾ ਨਹੀਂ ਪਸੰਦ, ਸਿਸਟਮ ਨਹੀਂ ਪਸੰਦ, ਉਹ ਸ਼ਹਿਰ ਨੇ ਕਿਹੜਾ ਵੀ ਆਪਾਂ ਨੂੰ ਉੱਥੇ ਬੰਨ੍ਹ ਕੇ ਰੱਖਿਆ ਹੁੰਦਾ ਵੀ ਤੁਸੀਂ ਇੱਥੇ ਰਹੋ ਜ਼ਰੂਰ, ਇੱਥੋਂ ਜਾ ਨਹੀਂ ਸਕਦੇ, ਹੈ ਨਾ ਜੀ ਵੀ ਜੇ ਆਪਾਂ ਨੂੰ ਬੇਸਮੈਂਟਾਂ ਦੇ ਕਾਨੂੰਨ ਇੱਕ ਸਿਟੀ ਦੇ ਨਹੀਂ ਪਸੰਦ ਤੇ ਆਪਾਂ ਕਿਤੇ ਹੋਰ ਜਾ ਸਕਦੇ ਹੁੰਦੇ ਆ। ਇਹ ਸਾਰੇ ਕੈਨੇਡੀਅਨਸ ਨੂੰ ਫਰੀਡਮ ਇੱਕੋ ਜਿਹੀ ਆ ਜੀ। ਪਰ ਜੇ ਹੁਣ ਆਪਾਂ ਸ਼ਹਿਰ ਵਿੱਚ ਰਹਿਣਾ ਵੀ ਆ ਤੇ ਬਾਈ ਲਾਜ਼ ਨੂੰ ਟਿੱਚ ਵੀ ਜਾਣਨਾ ਤੇ ਜਾਣੀ ਇਲੀਗਲ ਬੇਸਮੈਂਟਸ ਆ ਜਿਹੜੀਆਂ ਜੀ ਵੀ ਉਹ ਆਪਾਂ ਰੱਖਣੀਆਂ ਆ, ਤੇ ਫਿਰ ਇਹ ਸਿਚੁਏਸ਼ਨ ਜਦੋਂ ਬਣਦੀ ਆ ਨਾ ਤੇ ਫਿਰ ਲੈਣੇ ਦੇ ਦੇਣੇ ਜਾਣੀ ਕਿ ਹਿਸਾਬ ਕਿਤਾਬ ਉੱਥੇ ਕੀ ਆ ਜਾਂਦਾ ਹੁੰਦਾ ਅਰਸ਼, ਜਿੱਥੋਂ ਸ਼ੁਰੂ ਹੋਈਏ ਤੇ ਜਾਂ ਫਿਰ ਉਹ ਤੋਂ ਵੀ ਗਾਂਹ ਥੱਲੇ ਪਿੱਛੇ ਨੂੰ ਕਾਫੀ ਧੱਕਿਆ ਜਾਂਦਾ ਜੀ ਵਿਅਕਤੀ। ਕਿਉਂਕਿ ਆਮ ਤੌਰ ਤੇ ਜਿਨ੍ਹਾਂ ਨੇ ਇਹ ਇਲੀਗਲ ਬੇਸਮੈਂਟਸ ਰੱਖੀਆਂ ਹੁੰਦੀਆਂ ਉਹਨਾਂ ਨੇ ਮਤਲਬ ਇੱਕੋ ਹੀ ਨਹੀਂ ਵੀ ਸਿਟੀ ਦਾ ਬਾਈ ਲਾਈ ਜਾਣੀ ਕਿ ਵੀ ਟਿੱਚ ਜਾਣਿਆ ਹੁੰਦਾ, ਉਹਨਾਂ ਨੇ ਹੋਰ ਕਾਫੀ ਕੁਛ ਨੂੰ ਟਿੱਚ ਜਾਣਿਆ ਹੁੰਦਾ ਜਾਣੀ ਪੂਰੇ ਸਿਸਟਮ ਨੂੰ ਹੀ ਵੀ ਹਰ ਮਹੀਨੇ ਜੇਬ ਦੇ ਵਿੱਚ ਇੰਨੇ ਕੁ ਸੈਂਕੜੇ ਜਾਂ ਇੰਨੇ ਕੁ ਡਾਲਰ ਹਜ਼ਾਰ ਜਿਹੜੇ ਆ ਵੀ ਉਹ ਪੈ ਰਹੇ ਆ ਤੇ ਉਹਦੇ ਨਾਲ ਜੇਬ ਗਰਮ ਹੋ ਰਹੀ ਆ। ਤੇ ਆਮ ਤੌਰ ਤੇ ਜਿੱਦਾਂ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਸਾਂਝਾ ਕੀਤਾ ਸੀ ਵੀ ਉਹਦੀ ਰਸੀਦ ਵੀ ਕੱਟੀ ਨਹੀਂ ਹੁੰਦੀ ਕੋਈ ਵੀ, ਜਿਹੜੀ ਕਿ ਵੀ ਜਾਣੀ ਕਿ ਇੱਥੇ ਬਾਈ ਲਾ ਜ਼ਰੂਰੀ ਆ ਰਸੀਦ ਕੱਟਣੀ ਜਦੋਂ ਕੋਈ ਪੇਮੈਂਟ ਆਪਾਂ ਕੈਸ਼ ਲਈਏ, ਚੈੱਕ ਲਈਏ, ਰਸੀਦ ਮੰਗੀ ਆ ਜਾਂ ਨਹੀਂ ਮੰਗੀ ਆ। ਜਿਹੜਾ ਬਹਾਨਾ ਘੜਦੇ ਆ ਵੀ ਰਸੀਦ ਲੈਣੀ ਸੀ ਤੇ ਪਹਿਲੋਂ ਦੱਸਣਾ ਸੀ, ਜਾਂ ਰਸੀਦ ਮੰਗੀ ਨਹੀਂ ਤੇ ਮੈਂ ਦਿੱਤੀ ਨਹੀਂ, ਤੇ ਫਿਰ ਆਪਾਂ ਐਗਜ਼ਾਮਪਲ ਦਿੰਦੇ ਹੁੰਦੇ ਆ ਵੀ ਬੜੇ ਸਟੋਰਾਂ 'ਚ ਆਪਾਂ ਜਾਂਦੇ ਹਾਂ ਵੀ ਰਸੀਦ ਉਹ ਮੰਗਿਆਂ ਦਿੰਦੇ ਕਿ ਜਾਂ ਆਪਣੇ ਆਪ ਹੀ ਦਿੰਦੇ ਆ। ਉਹ ਆਪਣੇ ਆਪ ਹੀ ਦਿੰਦੇ ਆ ਕਿਉਂਕਿ ਉਹ ਆਪਣੀ ਲੀਗਲ ਰਿਸਪੋਂਸੀਬਿਲਿਟੀ ਸਮਝਦੇ ਨੇ ਬਿਜ਼ਨਸ ਜੀ, ਉਹ ਦਿੰਦੇ ਨੇ ਰਸੀਦ ਤੁਹਾਨੂੰ ਇਸ਼ੂ ਕੀਤੀ ਜਾਂਦੀ ਆ। ਤੇ ਏਦਾਂ ਹੀ ਜਾਣੀ ਕਿ ਵੀ ਇਹ ਫਿਰ ਜੇ ਬਿਜ਼ਨਸ ਦੇ ਤੌਰ ਤੇ ਕਿਸੇ ਤੁਸੀਂ ਮਤਲਬ ਆਪਣੇ ਆਪਰੇਸ਼ਨ ਚਲਾਏ ਹੋਏ ਨੇ ਤੇ ਉਹਨਾਂ ਦੇ ਵਿੱਚ ਫਿਰ ਜਿਹੜੀਆਂ ਲੀਗਲ ਰਿਸਪੋਂਸੀਬਿਲਿਟੀਜ਼ ਆ ਉਹ ਪੂਰੀਆਂ ਕਰਨਾ ਰਿਸਪੋਂਸੀਬਿਲਿਟੀ ਆ, ਜ਼ਿੰਮੇਵਾਰੀ ਆ ਹਰ ਇੱਕ ਭੈਣ ਭਰਾ ਦੀ। ਪਰ ਜੇ ਹੁਣ ਆਪਾਂ ਸ਼ੁਰੂ ਹੀ ਜਾਣੀ ਕਿ ਨੁਕਸ ਤਾਂ ਫਿਰ ਕੈਨੇਡਾ 'ਚ ਕੱਢਣੇ ਸੌਖੇ ਆ, ਠੀਕ ਆ, ਹਨਾ, ਪਰ ਸ਼ੁਰੂਆਤ ਜੇ ਜਾਣੀ ਆਪਾਂ ਬੇਸਮੈਂਟ ਤੋਂ ਹੀ ਕਰ ਲਈਏ ਆਪਣੀ ਤੋਂ, ਤੇ ਲੱਗਦਾ ਵੀ ਜੇ ਉਹ ਹਨਾ ਵੀ ਆਪਣੇ ਆਪ 'ਚ ਸਹੀ ਕਰ ਲਈਏ ਸਭ ਕੁਝ ਤੇ ਫਿਰ ਕੈਨੇਡਾ ਤੇ ਠੀਕ ਹੀ ਆ ਜੀ, ਹਨਾ। ਸੋ ਉਸ ਲਿਹਾਜ਼ ਨਾਲ ਵੀ ਹੁਣ ਭੈਣ ਭਰਾ ਕਈ ਵਾਰੀ ਜਦੋਂ ਫਿਰ ਮੁਸ਼ਕਿਲਾਂ 'ਚ ਆਉਂਦੇ ਆ ਫਿਰ ਉਹ ਫੋਨ ਵੀ ਕਰਦੇ ਆ, ਹੁਣ ਸਾਡੇ ਨਾਲ ਐ ਹੋ ਗਿਆ ਜੀ, ਹੁਣ ਸਾਨੂੰ ਕਿਰਾਏਦਾਰ ਤੰਗ ਕਰਦੇ ਆ ਜੀ, ਅੱਛਾ ਜੀ ਲੀਜ਼ ਹੈਗੀ ਆ, ਨਹੀਂ ਜੀ ਲੀਜ਼ ਤਾਂ ਹੈ ਨਹੀਂ ਗੀ ਜੀ, ਅੱਛਾ ਜੀ ਤੁਸੀਂ ਮਤਲਬ ਕਿੰਨੀ ਕੁ ਦੇਰ ਤੋਂ ਉਹਨੂੰ ਰੱਖਿਆ ਹੋਇਆ, ਕਾਫੀ ਦੇਰ ਹੋ ਗਈ ਆ ਜੀ, ਬੇਸਮੈਂਟ ਲੀਗਲ ਆ ਜੀ, ਨਹੀਂ ਬੇਸਮੈਂਟ ਤਾਂ ਨਹੀਂ ਲੀਗਲ ਜੀ, ਕਿਰਾਇਆ ਜਿਹੜਾ ਲੈਂਦੇ ਉਹਦੀਆਂ ਰਸੀਦਾਂ ਦਿੰਦੇ, ਨਹੀਂ ਰਸੀਦ ਉਹਨੇ ਮੰਗੀ ਨਹੀਂ ਜੀ। ਮਤਲਬ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਅਸੀਂ ਜਿਹੜੀਆਂ ਆਪਣੀਆਂ ਸੋਚਾਂ ਦੇ ਮੁਤਾਬਕ ਆਪਣਾ ਹੀ ਕੈਨੇਡਾ ਇੱਥੇ ਦਕੀਆ ਨੂਸੀ ਸਿਰਜਦੇ ਹਾਂ, ਨਾਲ ਉਹੀ ਲੋਕ ਕਹਿਣਗੇ ਵੀ ਕੈਨੇਡਾ ਖਰਾਬ ਹੋਈ ਜਾਂਦਾ, ਨਾਲ ਆਪ ਹੀ ਉਹਨੂੰ ਘਸਿਆਰਾ ਕੈਨੇਡਾ ਨੂੰ ਬਣਾਈ ਜਾਂਦੇ ਜਾਂਦੀਆਂ ਆ, ਆਪ ਹੀ ਉਹਦਾ ਨੁਕਸਾਨ ਕਰਾ ਕੇ ਚੰਗੇ ਭਲੇ ਕੈਨੇਡਾ ਨੂੰ ਤੋੜ ਕੇ ਖਰਾਬ ਕਰਕੇ ਹੁਣ ਇਹ ਖਰਾਬ ਆ ਜੀ। ਆ ਜਰਾ ਕੁ ਬਾਹਰ ਨਿਕਲ ਜਾਈਏ ਜਿੱਥੇ ਆਪਾਂ ਨਹੀਂ ਹੈਗੇ ਉੱਥੇ ਦੇਖ ਲਓ ਕੈਨੇਡਾ ਠੀਕ ਹੀ ਆ, ਤੇ ਜੇ ਉੱਥੇ ਨਹੀਂ ਕਿਸੇ ਨੇ ਤੋੜਿਆ ਤਾਂ ਫਿਰ ਉਹ ਠੀਕ ਆ। ਉੱਥੇ ਵੀ ਜੇ ਗਿਰੇ ਹੋਏ ਕਿਰਦਾਰਾਂ ਵਾਲੇ ਲੋਕ ਹੋਣਗੇ ਤੇ ਉਹ ਵੀ ਮਤਲਬ ਏਦਾਂ ਹੀ ਘਸਿਆ ਨਜ਼ਰ ਆਊਗਾ, ਫਿਰ ਆਪਾਂ ਇੱਥੋਂ ਭੱਜਣ ਨੂੰ ਕਾਲੇ ਹੋ ਜਾਵਾਂਗੇ। ਕੁੱਲ ਮਿਲਾ ਕੇ ਜਾਣੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਇੰਨੀ ਵੱਡੀ ਤਾਦਾਦ ਦੇ ਵਿੱਚ ਅੱਗਾਂ ਜੇ ਘਰਾਂ ਦੇ ਵਿੱਚ ਲੱਗੀਆਂ ਤੇ ਫਿਰ ਅੱਗ ਵਾਲੇ ਜਦੋਂ ਆਉਂਦੇ ਆ ਤੇ ਉਹ ਘਰ ਦੇ ਚਾਰੇ ਪਾਸੇ ਜਾਂਦੇ ਆ,
ਫੇਰ ਜਾਣੀ ਪਰਦਾ ਖੁੱਲਦਾ ਵੀ ਇਹਨਾਂ ਨੇ ਬੇਸਮੈਂਟ ਵੀ ਕਿਰਾਏ ਤੇ ਦਿੱਤੀ ਹੋਈ ਆ। ਅੱਛਾ ਜੀ, ਬੇਸਮੈਂਟ ਕਿਰਾਏ ਤੇ ਦਿੱਤੀ ਹੋਈ ਆ ਤਾਂ ਫਿਰ ਇਹ ਵੀ ਪਤਾ ਲੱਗ ਜਾਂਦਾ ਵੀ ਇਹ ਤਾਂ ਸਿਟੀ ਨੂੰ ਤਾਂ ਪਤਾ ਹੀ ਨਹੀਂ ਹੈ ਇਹਦੇ ਬਾਰੇ। ਸੋ ਤਦ ਕਰਕੇ ਆ ਵੀ ਇਹ ਜਿਹੜੇ ਫਿਰ ਉਸ ਵੇਲੇ ਜਾਣੀ ਸਿਚੁਏਸ਼ਨ ਜਿਹੜੀ ਫਿਰ ਸ਼ੁਰੂ ਹੁੰਦੀ ਆ ਇੰਸ਼ੋਰੈਂਸ ਵਾਲੀ ਵੱਖਰੀ ਹੈ ਨਾ, ਕਿਉਂਕਿ ਜਿਹਨੇ ਇਲੀਗਲ ਬੇਸਮੈਂਟ ਮਤਲਬ ਚਾੜੀ ਹੋਈ ਆ ਕਿਰਾਏ ਤੇ, ਆਮ ਤੌਰ ਤੇ ਉਹਨੇ ਇੰਸ਼ੋਰੈਂਸ ਨੂੰ ਵੀ ਨਹੀਂ ਦੱਸਿਆ ਹੁੰਦਾ ਵੀ ਮੈਂ ਆਹ ਕੰਮ ਵੀ ਜਾਣੀ ਆਹ ਚੰਦ ਵੀ ਚਾੜਿਆ ਹੋਇਆ ਬੇਸਮੈਂਟ ਦੇ ਵਿੱਚ ਆਪਣੇ ਘਰ ਦੇ ਵਿੱਚ, ਹਨਾ। ਤੇ ਜਦੋਂ ਫਿਰ ਹੁਣ ਅੱਗ ਲੱਗਣੀ ਫਿਰ ਆਪਾਂ ਭੱਜਣਾ ਇੰਸ਼ੋਰੈਂਸ ਵੱਲ ਨੂੰ। ਉਹਨਾਂ ਨੂੰ ਪਤਾ ਲੱਗਣਾ ਵੀ ਇੱਥੇ ਤੇ ਆਹ ਚੀਜ਼ਾਂ ਹੋ ਰਹੀਆਂ ਸੀਗੀਆਂ ਜਿਹੜੀ ਸਾਨੂੰ ਇਹਨਾਂ ਨੇ ਦੱਸੀਆਂ ਹੀ ਨਹੀਂ। ਤੇ ਫੇਰ ਜਾਣੀ ਦੁਖੱਤੜੇ ਵਿਅਕਤੀ ਮਾਰਦਾ ਵੀ ਹੁਣ ਕਲੇਮ ਡਨਾਈ ਹੋ ਚੱਲਾ। ਸੋ ਤਦ ਕਰਕੇ ਇਹ ਆ ਜੀ ਵੀ ਇਹ ਸਿਸਟਮ ਨੇ ਆ ਕੇ ਕਿਸੇ ਨੂੰ ਕਹਿਣਾ ਨਹੀਂ ਹੁੰਦਾ ਵੀ ਤੂੰ ਐਂ ਕਰ ਲਾ ਤੇ ਓਂ ਕਰ ਲਾ। ਇਹ ਜਿਹਨੇ ਐਂ ਕਰਨਾ ਜਾਂ ਓਂ ਕਰਨ ਦਾ ਫੈਸਲਾ ਕੀਤਾ ਉਹਨੇ ਖੁਦ ਇਹ ਜਾਣਕਾਰੀਆਂ ਹਾਸਲ ਕਰਕੇ ਆਪਣੇ ਆਪ ਨੂੰ ਅਕੋਰਡਿੰਗ ਟੂ ਲਾ ਅਬਾਈਡਿੰਗ ਰੱਖਣਾ ਹੁੰਦਾ। ਇਹ ਹਰ ਭੈਣ ਭਰਾ ਦੀ ਆਪਣੀ ਰਿਸਪੋਂਸੀਬਿਲਿਟੀ ਆ ਵੀ ਜਿਹੜਾ ਮੈਨੂੰ ਪਤਾ ਨਹੀਂ ਲੱਗਾ, ਮੈਨੂੰ ਦੱਸਿਆ ਨਹੀਂ, ਇਹ ਬਹਾਨੇ ਘੜਦੇ ਆ ਆਪਾਂ, ਘੜਦੀਆਂ ਆ ਇੱਥੇ ਆ ਕੇ ਜਿਹੜੇ ਕਿ ਸਿਸਟਮ 'ਚ ਚੱਲਦੇ ਨਹੀਂ। ਵੀ ਜੇ ਦੱਸਣ ਤੇ ਹੁਣ ਜਿਨ੍ਹਾਂ ਨੇ ਬੇਸਮੈਂਟਾਂ ਲੀਗਲ ਬਣਾਈਆਂ ਇੱਥੇ ਸਾਡੇ ਤੋਂ ਪਹਿਲਾਂ ਸਦੀਆਂ ਤੋਂ ਲੋਕ ਰਹਿ ਰਹੇ ਆ, ਕਿਰਦਾਰਾਂ ਦੇ ਮਹਾਨ ਸੀ, ਬਾਈਲਾ ਫੋਲੋ ਕਰਦੇ ਸੀ, ਉਹਨਾਂ ਨੂੰ ਕਿਹੜਾ ਸਿਟੀ ਵਾਲੇ ਦੱਸਣ ਆਉਂਦੇ ਸੀ ਵੀ ਤੁਸੀਂ ਹੁਣ ਐਂ ਕਰ ਲਓ ਤੇ ਹੁਣ ਤੁਸੀਂ ਜਿਉਂ ਕਰ ਲਓ। ਉਹਨਾਂ ਨੂੰ ਇਹ ਫਰਜ਼ਾਂ ਬਾਰੇ ਪਤਾ ਸੀ ਹੱਕਾਂ ਦੇ ਨਾਲ ਨਾਲ ਵੀ ਅਸੀਂ ਐਂ ਕਰਨਾ ਤੇ ਅਸੀਂ ਜਿਉਂ ਕਰਨਾ, ਤੇ ਇਹ ਕਿਵੇਂ ਸੰਭਵ ਆ ਸਾਡੇ ਦੇਸ਼ ਦੇ ਵਿੱਚ, ਪਹਿਲਾਂ ਅਸੀਂ ਆਪ ਇਹਦਾ ਪਤਾ ਕਰ ਲਈਏ ਜੀ। ਸੋ ਇਸ ਕਰਕੇ ਇਹ ਆ ਜੀ ਵੀ ਇਹ ਆਪਾਂ ਇਹੋ ਜਿਹੇ ਮੌਕੇ ਤੇ ਫੇਰ ਗੱਲ ਕਰਦੇ ਹੁੰਦੇ ਆ ਵੀ ਫਾਇਰ ਅਲਾਰਮ ਦੇ ਨਾਲ ਦੁਸ਼ਮਣੀ ਨਾ ਕਰੋ। ਉਹ ਆਪਾਂ ਪਿਛਲੇ ਦਿਨ ਹੀ ਦੱਸਤਾ ਸੀ। ਜਿਸ ਤਰੀਕੇ ਦੇ ਬਾਅਦ ਦੇ ਵਿੱਚ ਸਿੱਟੇ ਸਾਹਮਣੇ ਆਉਂਦੇ ਆ ਫਿਰ ਆਪਾਂ ਰੋਣ ਲੱਗ ਪੈਂਦੇ ਆ, ਫਿਰ ਆਪਾਂ ਨੂੰ ਗਸ਼ੀਆਂ ਪੈਣ ਲੱਗ ਪੈਂਦੀਆਂ, ਆਪਾਂ ਬੇਹੋਸ਼ ਹੁੰਦੇ ਆ, ਫਿਰ ਦੁਖਤੜੇ ਮਾਰਦੇ ਆ ਵੀ ਮਾਰੇ ਗਏ, ਲੁੱਟੇ ਗਏ ਜੀ। ਪਰ ਜਾਨੀ ਚੰਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੀਆਂ ਕਮਜ਼ੋਰੀਆਂ ਨਾਲ ਅਰਸ਼ ਇਹ ਆਪੇ ਹੀ ਚਾੜਿਓ ਹੁੰਦੇ ਆ। ਸੋ ਇਸ ਕਰਕੇ ਬੇਨਤੀ ਇਹ ਆ ਜੀ ਵੀ ਜਿੱਥੇ ਫਾਇਰ ਅਲਾਰਮ ਦੇ ਨਾਲ ਦੁਸ਼ਮਣੀ ਨਹੀਂ ਕਮਾਉਣੀ, ਉੱਥੇ ਇਹ ਬੇਸਮੈਂਟ ਦੇ ਨਾਲ ਸੰਬੰਧਿਤ ਜਿਹੜੇ ਸਿਟੀ ਦੇ ਬਾਈਲਾ ਆ ਉਹਦੇ ਨਾਲ ਵੀ ਦੁਸ਼ਮਣੀ ਨਾ ਕਮਾਈ ਜਾਵੇ ਤੇ ਚੰਗਾ। ਕਿਉਂਕਿ ਇਹ ਵੀ ਦੁਸ਼ਮਣੀ ਜਿਹੜੀ ਫਿਰ ਗਾਂਹ ਜਦੋਂ ਚੰਦ ਚੜ੍ਹਦਾ ਤੇ ਫਿਰ ਕਾਫੀ ਕਰੜੀ ਹੋ ਕੇ ਟੱਕਰਦੀ ਆ ਭੈਣ ਭਰਾਵਾਂ ਨੂੰ, ਤੇ ਉਸ ਵੇਲੇ ਫਿਰ ਭੱਜ ਵਿਅਕਤੀ ਜਾਣੀ ਕਿੱਧਰ ਨੂੰ ਮਰਜ਼ੀ ਲਵੇ ਤੇ ਫਿਰ ਸਹਾਇਤਾ ਮਿਲਦੀ ਨਹੀਂ ਹੁੰਦੀ ਜੀ। ਸੋ ਇਸ ਕਰਕੇ ਹਰ ਇੱਕ ਭੈਣ ਭਰਾ ਦੀ ਆਪਣੀ ਜ਼ਿੰਮੇਵਾਰੀ ਆ ਵੀ ਉਹਨੇ ਸਟੈਪ ਜਿਹੜਾ ਚੱਕਣਾ ਆ ਉਹਨੂੰ ਕਿਸੇ ਨੇ ਦੱਸਣ ਨਹੀਂ ਆਉਣਾ ਵੀ ਇਹ ਜੇ ਐਂ ਚੱਕਿਆ ਤੇ ਇੱਦਾਂ ਹੋ ਜੂ, ਜੇ ਓਂ ਚੱਕਿਆ ਤੇ ਇੱਦਾਂ ਹੋ ਜੂ। ਉਹਦਾ ਕੰਸੀਕੁਐਂਸ ਸਿੱਟਾ ਕੀ ਨਿਕਲੂ ਸਟੈਪ ਚੱਕਣ ਦਾ, ਉਹ ਭੈਣ ਭਰਾ ਨੇ ਪਹਿਲਾਂ ਆਪ ਪਤਾ ਕਰਨਾ ਵੀ ਇਹਦਾ ਸਿੱਟਾ ਕੀ ਹੋਊਗਾ, ਤਾਂ ਕਿ ਬਾਅਦ ਦੇ ਵਿੱਚ ਇਹ ਜਿਹੜਾ ਪੱਲਾ ਝਾੜਨ ਦੀ ਕੋਸ਼ਿਸ਼ ਹੁੰਦੀ ਆ ਮੈਨੂੰ ਦੱਸਿਆ ਨਹੀਂ, ਮੈਨੂੰ ਪਤਾ ਨਹੀਂ ਲੱਗਾ, ਉਹ ਡਰਾਮੇਬਾਜ਼ੀ ਇੱਥੇ ਕੈਨੇਡਾ ਵਿੱਚ ਤੇ ਐਟਲੀਸਟ ਜਾਂ ਪੱਛਮੀ ਦੇਸ਼ ਜਿਨ੍ਹਾਂ ਲੋਕਾਂ ਨੇ ਆਪਣੇ ਮਹਾਨ ਕਿਰਦਾਰਾਂ ਕਰਕੇ ਦੇਸ਼ ਨੰਬਰ 1 ਬਣਾਇਆ, ਉਹਨਾਂ ਦੇਸ਼ਾਂ ਵਿੱਚ ਇਹ ਡਰਾਮੇਬਾਜ਼ੀ ਚੱਲਦੀ ਨਹੀਂ ਹੈ ਜਿਹੜੀ ਆਪਾਂ ਇੱਥੇ ਆ ਕੇ ਘੜਦੇ ਹਾਂ। ਜੌਲ ਸਾਹਿਬ, ਅਗਲੀ ਖਬਰ ਅਸੀਂ ਵੱਧਦੇ ਹਾਂ। ਪਿਛਲੇ 2 ਦਿਨ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ ਇੱਕ ਅਜਿਹਾ ਪਰਿਵਾਰ ਜਿਸ ਨੂੰ ਭੱਜ ਕੇ ਵਾਪਸ ਆਉਣਾ ਪਿਆ, ਆਪਣੇ ਮੁੰਡੇ ਦਾ ਵਿਆਹ ਕਰਨ ਗਏ ਸੀ ਤੇ ਕੁਝ ਕੰਪਲਿਕੇਸ਼ਨਸ ਆਈਆਂ ਸਨ ਬਿਕਾਜ਼ ਆਫ ਪੁਲਿਸ ਦੇ ਐਕਸ਼ਨ ਕਰਕੇ, ਜਾਂ ਕੋਈ ਅਜਿਹੇ ਐਲੀਗੇਸ਼ਨਸ ਨਾ ਲੱਗ ਜਾਣ ਉਹਨਾਂ ਨੂੰ ਮੁੱਢਲੇ ਰੂਪਾਂ ਦੇ ਵਿੱਚ ਵਾਪਸ ਆਉਣਾ ਪਿਆ। ਪਰ ਅਜਿਹੇ 4 ਹੋਰ ਕੇਸਿਸ ਸਾਹਮਣੇ ਆ ਰਹੇ ਨੇ ਜਿਹੜੇ ਪਰਿਵਾਰ ਰੀਸੈਂਟਲੀ ਕੈਨੇਡਾ ਤੋਂ ਪੰਜਾਬ ਗਏ ਸੀ ਵਿਆਹ ਦੇ ਵਾਸਤੇ, ਕੋਈ ਅਜਿਹੇ ਕੰਪਲਿਕੇਸ਼ਨਸ ਕਰਕੇ ਉਹਨਾਂ ਨੂੰ ਵੀ ਵਾਪਸ ਆਉਣਾ ਪਿਆ। ਸੋ ਕਾਫੀ ਖਬਰਾਂ ਇਸ ਗੱਲ ਦੇ ਵਿੱਚ ਆ ਰਹੀਆਂ ਨੇ ਜੀ। ਹਾਂ ਬਿਲਕੁਲ ਅਰਸ਼, ਜਦੋਂ ਅਸੀਂ ਜੀਵਨ ਦੇ ਵਿੱਚ ਆਪੋ ਧਾਪੀ ਵਾਲੇ ਆਪਣੇ ਜਿਹੜੇ ਕਿਰਦਾਰ ਆ ਨਾ ਛੱਡਦੇ ਨਹੀਂ ਵੀ ਹੁਣ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਰਸੀਦ ਮੰਗੀ ਨਹੀਂ ਜੀ, ਹਾਂਜੀ ਰਸੀਦ ਮੰਗੀ ਨਹੀਂ ਤੇ ਮੈਂ ਦਿੱਤੀ ਨਹੀਂ, ਤੇ ਜਾਂ ਏਦਾਂ ਦੇ ਡਰਾਮੇ ਵੀ ਸੁਣਨ ਨੂੰ ਮਿਲਦੇ ਕੁਛ ਜਾਣੀ ਆ ਡਰਾਈਵ ਟੈਸਟ ਵਗੈਰਾ ਜਿਹੜੇ ਸਿਖਾਉਂਦੀਆਂ ਨੇ ਵੀ ਰਸੀਦ ਲੈਣੀ ਸੀ ਤੇ ਪਹਿਲੋਂ ਦੱਸਣਾ ਸੀ, ਹਨਾ। ਸੋ ਇਹ ਡਰਾਮੇ ਆਪਾਂ ਕਿੱਥੋਂ ਲੈ ਕੇ ਆਏ ਆ? ਕੈਨੇਡੀਅਨ ਆ ਇਹ ਡਰਾਮੇ ਕਿੱਥੋਂ ਲੈ ਕੇ ਆਏ? ਸਾਡੇ ਦਿਮਾਗਾਂ ਦੀ ਕਾਢ ਨਹੀਂ, ਸਾਡੇ ਬੇਈਮਾਨ ਮਤਲਬ ਸਾਡੀਆਂ ਸੋਚਾਂ ਦਾ ਇਹ ਉਪਜ ਨਹੀਂ ਹੈਗੀ ਕਿ ਇਹ ਨਰਕ ਅਸੀਂ ਇੱਥੇ ਨਾਲ ਢੋਇਆ ਨਹੀਂ ਹੋਇਆ, ਉੱਥੋਂ ਨਾਲ ਡਰਾਮਾ ਕਰਦੇ ਸਾਨੂੰ ਸਵਰਗ ਨਹੀਂ ਫਿਰ ਮਿਲਦਾ, ਨਾਲ ਅਸੀਂ ਖੁਦ ਆਪਣੀਆਂ ਸੋਚਾਂ ਦੇ ਵਿੱਚ। ਕਿਹੜਾ ਇੱਥੇ ਕੈਨੇਡੀਅਨ ਬੋਰਨ ਕੋਈ ਬਿਜ਼ਨਸ ਆ ਟ੍ਰੇਨਡ ਆ ਪ੍ਰੋਫੈਸ਼ਨਲ ਜਿਹੜਾ ਤੁਹਾਨੂੰ ਕਹਿੰਦਾ ਵੀ ਰਸੀਦ ਲੈਣੀ ਸੀ ਤੇ ਮੈਨੂੰ ਪਹਿਲਾਂ ਦੱਸਣਾ ਸੀ, ਰਸੀਦ ਤੁਸੀਂ ਮੰਗੀ ਨਹੀਂ ਸੀ, ਆਪਣੇ ਆਪ ਮਿਲਦੀ ਆ ਰਸੀਦ ਜੀ। ਇਹ ਪੱਲੇ ਬੰਨ ਲਈ ਜਾਵੇ ਕਾਰਡ ਗੱਲ। ਦੂਸਰਾ ਇਹ ਹੈ ਜੀ ਵੀ ਨਰਕ ਤੇ ਚਲੋ ਢੋਣਾ ਜਾਰੀ ਰੱਖਦੇ ਆ, ਪਰ ਹੁਣ ਜਦੋਂ ਦੀ ਆਪਾਂ ਇਹ ਕੱਲ ਵਿਆਹ ਦੇ ਸਿਲਸਿਲੇ 'ਚ ਗੱਲ ਕੀਤੀ ਸੀਗੀ ਤੇ ਉਸ ਪਰਿਵਾਰ ਨੇ ਜਾਣੀ ਕਿ ਬੜੇ ਖੁੱਲੇ ਮਨ ਨਾਲ ਇਹ ਕਿਹਾ ਸੀਗਾ ਵੀ ਇਹ ਦੂਸਰੇ ਭੈਣ ਭਰਾਵਾਂ ਨੂੰ ਤਾਂ ਕਿ ਪਤਾ ਲੱਗ ਜੇ ਤਾਂ ਕਿ ਵੀ ਉਹ ਜੇ ਕੋਈ ਬਚ ਸਕੇ, ਹਨਾ। ਸੋ ਉਸ ਪਰਿਵਾਰ ਦਾ ਤੇ ਧੰਨਵਾਦ। ਪਰ ਉਸ ਤੋਂ ਬਾਅਦ ਅਰਸ਼ ਕੱਲ 3 ਫੋਨ ਹੋਰ ਆਏ, ਹਨਾ,
ਜਦੋਂ ਆਪਾਂ ਕਹਾਣੀ ਸ਼ੇਅਰ ਕੀਤੀ ਜੀ ਵੀ ਇਸ ਤਰ੍ਹਾਂ ਪਰਿਵਾਰ ਦੇ ਨਾਲ ਉੱਥੇ ਜਾ ਕੇ ਹੋਇਆ ਵੀ ਉਹਨਾਂ ਦਾ ਲੱਖਾਂ ਹੀ ਰੁਪਈਆ ਵੀ ਉਜੜ ਗਿਆ ਤੇ ਮਸੀਂ ਜਾਨਾਂ ਬਚਾ ਕੇ ਵਾਪਸ ਆਏ ਆ ਤੇ ਨਾਲ ਜਾਣੀ ਕਿ ਗੰਢੇ ਖਾਣ ਵਾਲੀ ਗੱਲ ਵੀ ਹੋਈ ਵੀ ਜਿਹੜਾ ਨਵਾਂ ਸਮਾਨ ਇੱਥੋਂ ਲੈ ਕੇ ਗਏ ਸੀ ਸਟੋਰਾਂ ਦੇ ਵਿੱਚੋਂ ਜਿਹੜਾ ਸਮਾਨ ਖਰੀਦਦੇ ਆ ਉਹ ਪਹਿਲਾਂ ਤੇ ਭਾਰਤ ਤੋਂ ਹੀ ਲਿਆਂਦਾ ਹੁੰਦਾ ਸਟੋਰਾਂ ਵਾਲਿਆਂ ਨੇ ਇੱਥੋਂ ਖਰੀਦ ਕੇ ਟੈਚੀ ਭਰ ਕੇ ਫਿਰ ਤੁਰ ਪਏ ਆਪਾਂ ਉਹਨੂੰ ਇੰਡੀਆ ਹੀ ਲੈ ਗਏ ਦੁਬਾਰਾ ਉਸੇ ਹੀ ਸਮਾਨ ਨੂੰ ਖਰੀਦ ਕੇ ਇੱਥੋਂ ਪੈਸੇ ਦੇ ਕੇ ਅੱਛਾ ਉੱਥੇ ਫਿਰ ਹੁਣ ਵਿਗਾੜ ਪਿਆ ਤੇ ਜਾਣੀ ਓਦਾਂ ਹੀ ਬੰਦ ਤੇ ਬੰਦ ਟੈਚੀ ਜਦੋਂ ਫੇਰ ਮੁੜੇ ਤੇ ਫਿਰ ਏਅਰਪੋਰਟ ਤੇ ਘੇਰੇ ਗਏ ਵੀ ਤੁਸੀਂ ਇਹ ਸਮਾਨ ਲੈ ਕੇ ਆਏ ਇੰਡੀਆ ਤੋਂ ਤੇ ਜਦੋਂ ਉਹ ਕਹਿਣ ਲੱਗੇ ਕਿ ਨਹੀਂ ਜੀ ਅਸੀਂ ਤਾਂ ਇੱਥੋਂ ਲਗਾਏ ਸੀਗੇ ਤੇ ਉਹ ਕਹਿੰਦੇ ਲਿਆਓ ਫਿਰ ਰਸੀਦਾਂ ਲਿਆਓ ਇੱਥੋਂ ਲਗਾਏ ਸੀ ਤਾਂ ਜੇ ਰਸੀਦਾਂ ਹੈ ਨਹੀਂ ਤੇ ਅਸੀਂ ਤੇ ਇਹ ਸਮਝਾਂਗੇ ਵੀ ਤੁਸੀਂ ਉੱਥੋਂ ਲਿਆਏ ਆ ਤੇ ਹੁਣ ਝੂਠ ਮਾਰਦੇ ਆ ਵੀ ਇੱਥੋਂ ਲਗਾਏ ਸੀ ਸੋ ਇਸ ਕਰਕੇ ਇਹ ਆ ਜੀ ਵੀ ਜ਼ਿੰਦਗੀ ਦੇ ਵਿੱਚ ਆਪਾਂ ਫਿਰ ਗੰਢੇ ਖਾਂਦੇ ਆ ਜਦੋਂ ਆਪਾਂ ਇਹਨਾਂ ਚੱਕਰਾਂ ਨੂੰ ਛੱਡਦੇ ਨਹੀਂ ਆ ਹਨਾ ਹੁਣ ਵਰੀਆਂ ਤੇ ਗਹਿਣੇ ਉੱਥੇ ਕਿਹੜਾ ਮਿਲਦੇ ਨਹੀਂ ਜਿੱਥੇ ਆਪਾਂ ਵਿਆਹਣ ਚੱਲੇ ਆ ਸਾਰਾ ਸੰਸਾਰ ਆਪਾਂ ਦੇਖਿਆ ਦੁਨੀਆ ਸਿਰਫ ਜਸਟ ਇੱਕ ਬੈਗ ਹੱਥ ਵਿੱਚ ਲੈ ਕੇ ਗਏ ਜਿੱਥੇ ਵੀ ਗਏ ਆ ਤੁਹਾਡੀ ਜੇਬ 'ਚ ਮਤਲਬ ਬਟੂਏ 'ਚ ਪੈਸੇ ਆ ਕ੍ਰੈਡਿਟ ਕਾਰਡ ਆ ਤੁਸੀਂ ਜਿਹੜੀ ਚੀਜ਼ ਚਾਹੀਦੀ ਆ ਦੁਨੀਆ ਦੀ ਧਰਤੀ ਤੋਂ ਕੋਨੇ ਤੋਂ ਜਾ ਕੇ ਲੈ ਲਓ ਐਵੇਂ ਟੱਚੀ ਭਰ ਕੇ ਚੱਕੀ ਫਿਰਨ ਦਾ ਤੇ ਜਾਣੀ ਕਿ ਤੁਸੀਂ ਆਪਣੇ ਆਪ ਨੂੰ ਵਕਤ ਪਾਉਂਦੇ ਆ ਨਾਲ ਉਹਨੂੰ ਤੂੜੀ ਤੁਰੇ ਜਾਂਦੇ ਆ ਏਅਰਲਾਈਨਾਂ 'ਚ ਕਿੱਡੀ ਬਦਨਾਮੀ ਕਰਾਈ ਹੋਈ ਆ ਪੰਜਾਬੀ ਕੌਮ ਦੀ ਆਪਾਂ ਮਤਲਬ ਹਰ ਏਅਰਪੋਰਟ ਤੇ ਚਲੇ ਜਾਓ ਖਿਲਾਰੇ ਪਏ ਹੋਏ ਸਾਡੇ ਲੋਕਾਂ ਦੇ ਟੈਚੀਆਂ ਦੇ ਇਹ 2 ਕਿਲੋ ਜ਼ਿਆਦਾ ਜੀ ਇਹ 6 ਕਿਲੋ ਜ਼ਿਆਦਾ ਜੀ ਫਿਰ ਉਹਨਾਂ ਦੇ ਤਾਲੇ ਕਰਦੇ ਆ ਵੀ ਰਹਿਣ ਦਿਓ ਜੀ ਕੱਢਿਓ ਨਾ ਜੀ ਹੁਣ ਸੋ ਇਸ ਕਰਕੇ ਜਦੋਂ ਅਸੀਂ ਦਿਮਾਗਾਂ 'ਚ ਨਰਕ ਲਈ ਫਿਰਦੇ ਆ ਨਾ ਵੀ ਆਪਾਂ ਸੋਚਦੇ ਨਹੀਂ ਮਹੀਨਤਾ ਦੇ ਨਾਲ ਵੀ ਜੇ 2 ਕਿਲੋ ਘੱਟ ਪਾ ਲਾਂਗੇ ਤੇ ਫਿਰ ਕਿਹੜਾ ਭੁਚਾਲ ਆ ਜਾਊਗਾ ਉਹ ਨਾ ਵੀ 20 ਕਿਲੋ ਦੇ 2-4 ਟੈਚੀ ਖੜਾਂਗੇ ਤੇ ਫਿਰ ਕਿਹੜਾ ਉੱਥੇ ਕੁਛ ਮਿਲਦਾ ਨੀਗਾ ਸੋ ਇਸ ਕਰਕੇ ਜਿਹੜਾ ਆਪਾਂ ਸਟ੍ਰੈਸ ਆ ਨਾ ਅਨਨੈਸੈਸਰੀਲੀ ਦਿਮਾਗਾਂ ਦੇ ਵਿੱਚ ਦਕੀਆ ਨੂਸੀ ਸਹੇੜਿਆ ਹੋਇਆ ਆਈ ਡੋਂਟ ਨੋ ਵੀ ਆਪਾਂ ਇਹ ਪੀੜ੍ਹੀ ਦਰ ਪੀੜ੍ਹੀ ਛੱਡਦੇ ਕਿਉਂ ਨਹੀਂ ਪਰ ਕੁੱਲ ਮਿਲਾ ਕੇ ਇਹ ਅੱਜ ਵੀ ਹੁਣ ਭੈਣ ਭਰਾ ਫਿਸ ਪੈਂਦੇ ਨੇ ਜਿਹੜੇ ਕਿ ਕਾਫੀ ਇਸ ਚੀਜ਼ ਦਾ ਸ਼ਿਕਾਰ ਨੇ ਵੀ ਪਰਿਵਾਰਾਂ ਦੇ ਵਿੱਚ ਪਹਿਲਾਂ ਵਿਆਹ ਦੀਆਂ ਪੱਕੀਆਂ ਇੱਥੋਂ ਪਕਾ ਲਈਆਂ ਜਿੱਥੋਂ ਫਿਰ ਵਿਆਹੁਣ ਵਾਲੇ ਮੁੰਡੇ ਜਾਂ ਕੁੜੀ ਨੂੰ ਲੈ ਕੇ ਤੁਰ ਪਏ ਇੰਡੀਆ ਨੂੰ ਨਾਨਕੇ ਵੀ ਨਾਲ ਹੀ ਚਲੇ ਗਏ ਬਾਕੀ ਹੋਰ ਪਤਾ ਨਹੀਂ ਕਿਹੜੇ ਕਿਉਂਕਿ ਪੂਰਾ ਔਰਗੇਨਾਈਜ਼ਡ ਗਰੁੱਪ ਹੁੰਦਾ ਨਾ ਇਹ ਜੀ ਔਰਗੇਨਾਈਜ਼ਡ ਕਹਿ ਲਓ ਵੀ ਪੂਰੀ ਖਾਨਦਾਨ ਹੁੰਦਾ ਜੀ ਵੀ ਅਸੀਂ ਵਿਆਹ ਹੁਣ ਕਰਨ ਚੱਲੇ ਆ ਜੀ ਠੀਕ ਹੈ ਜੀ ਪਰ ਜਾਣੀ ਕਈ ਵਾਰੀ ਇਹ ਕਹਾਣੀਆਂ ਤੋਂ ਇਹ ਵੀ ਅਰਥ ਪਤਾ ਲੱਗਦਾ ਹੁੰਦਾ ਵੀ ਇਹ ਪਹਿਲਾਂ ਸਭ ਕੁਛ ਪਤਾ ਹੁੰਦਾ ਵੀ ਕਿਹਨੇ ਕਿੱਦਾਂ ਲੰਘਿਆ ਆ ਕਿਹੜੀ ਕਿੱਦਾਂ ਲੰਘੀ ਹੋਈ ਆ ਕਿੰਨੇ ਵਿਆਹ ਉਹਨੇ ਕਾਗਜ਼ਾਂ 'ਚ ਕਰਾਇਓ ਆ ਕੀ ਦੜ ਵੱਟ ਕੇ ਜਾਣੀ ਘਪਲੇਬਾਜ਼ੀਆਂ ਇਮੀਗ੍ਰੇਸ਼ਨ ਦੀਆਂ ਕੀਤੀਆਂ ਹੋਈਆਂ ਤੇ ਉਹਨਾਂ ਚਿਰ ਜਾਣੀ ਉਹ ਸਭ ਕੁਛ ਬਰਦਾਸ਼ਤ ਹੁੰਦਾ ਜਿੰਨਾ ਚਿਰ ਉਹਨਾਂ ਨੂੰ ਲੱਗੇ ਵੀ ਹੁਣ ਇੰਡੀਆ 'ਚ ਵਿਆਹ ਕੇ ਸਾਡਾ ਜਿਹੜਾ ਉਧਰ ਜੀ ਹੈਗੀ ਆ ਜਾਂ ਹੈਗਾ ਆ ਵੀ ਉਹਨੂੰ ਕੱਢ ਲਊਗਾ ਹਨਾ ਉਹਨੂੰ ਕੱਢ ਲਊਗੀ ਉਹਨਾਂ ਚਿਰ ਦੜ ਵੱਟ ਚੁੱਪ ਆ ਸਭ ਕੁਛ ਸਹਿਣ ਕੀਤਾ ਜਾ ਰਿਹਾ ਸਿਫਤਾਂ ਹੀ ਕੀਤੀ ਜਾ ਰਹੀਆਂ ਉਹਨਾਂ ਚਿਰ ਹਨਾ ਜਿਹੜਾ ਆਪਾਂ ਪਿਛਲੇ ਦਿਨ ਗੱਲ ਕੀਤੀ ਸੀ ਜਿੱਦਾਂ ਆਪਣੇ ਨਿਆਣਿਆਂ ਦੀ ਲੋਕਾਂ ਨੇ ਵੀ ਸਿਫਤਾਂ ਕਰਨ ਦੀ ਜਿੱਦਾਂ ਸਹੁੰ ਹੀ ਚੁੱਕੀ ਹੋਵੇ ਵੀ ਸਿਫਤਾਂ ਕਰੀ ਜਾਣੀਆਂ ਭਾਵੇਂ ਸਿਫਤਯੋਗ ਨਾ ਵੀ ਹੋਵੇ ਕੁੱਲ ਮਿਲਾ ਕੇ ਜਾਣੀ ਕੀਤੀਆਂ ਅੱਗੇ ਕਈ ਵਾਰੀ ਫਿਰ ਆ ਜਾਂਦੀਆਂ ਜੀ ਤੋ ਇਹ ਜਿਹੜੀ ਹੁਣ ਦੜ ਵੱਟ ਕੇ ਕੈਨੇਡੀਅਨ ਸਿਸਟਮਾਂ ਦੇ ਨਾਲ ਆਪਾਂ ਘਪਲੇਬਾਜ਼ੀਆਂ ਕਰਦੇ ਆ ਪੀੜ੍ਹੀ ਦਰ ਪੀੜ੍ਹੀ ਜਾਣੀ ਮਾਨਤਾ ਦਿੱਤੀ ਹੋਈ ਆ ਵੀਜ਼ਾ ਤੇ ਇਮੀਗ੍ਰੇਸ਼ਨ ਦੇ ਫਰਾਡਾਂ ਨੂੰ ਤੇ ਇਹਦੇ ਬਾਰੇ ਬੋਲਦੇ ਵੀ ਨਹੀਂ ਆ ਤੇ ਨਾਲ ਆਪਾਂ ਅਣਖੀ ਤੇ ਐਨ ਗੈਰਤਮੰਦ ਵੀ ਪੂਰੇ ਆ ਗੱਲਾਂ ਬਾਤਾਂ ਦੇ ਵਿੱਚ ਸੋ ਇਸ ਕਰਕੇ ਆ ਜੀ ਵੀ ਇਹ ਇੱਕ ਘਟਨਾ ਦੇ ਵਿੱਚ ਹੋਰ ਘੱਟੋ ਘੱਟ ਜਿਹੜੀ ਆਪਾਂ ਕੱਲ੍ਹ ਸ਼ੇਅਰ ਕੀਤੀ ਸੀ ਉਹਦੇ ਵਿੱਚ ਤਾਂ ਉਹ 10 ਲੱਖ ਜੇ ਕੁੜੀ ਵਾਲੇ ਮੰਗਦੇ ਆ ਨਾ ਤੇ ਮੁੰਡੇ ਵਾਲੇ ਜਾਣ ਬਚਾ ਕੇ ਇੱਥੇ ਮੋੜੀ ਆਏ ਵਾਪਸ ਇੰਨਾ ਹੀ ਉਹਨਾਂ ਨੇ ਸ਼ੁਕਰ ਸਮਝਿਆ ਜੀ ਤੇ ਜਿਹੜੇ ਉਹਨਾਂ ਨੇ ਅਰਚ ਡੀਜੇ ਜਾਂ ਹਾਲ ਜਾਂ ਬਾਕੀ ਹਲਵਾਈ ਬੁੱਕ ਕੀਤੇ ਸੀਗੇ ਉਹ ਤਾਂ ਹੁਣ 50,000 ਰੁਪਈਆ ਮਤਲਬ ਵਿੱਚ ਹੀ ਛੱਡਣਾ ਪੈ ਗਿਆ ਉਹਨਾਂ ਨੂੰ ਹਨਾ ਉਹ ਮੋੜ ਹੀ ਨਹੀਂ ਰਹੇ ਜਿਹਨੂੰ ਉੱਥੇ ਜੋ ਦੇ ਦਿਓ ਮੁੜਨਾ ਕਿੱਥੋਂ ਆ ਉੱਥੋਂ ਹੀ ਆਏ ਆ ਆਪਾਂ ਸੋ ਇਸ ਕਰਕੇ ਇਹ ਆ ਵੀ ਇਹ ਜਿਹੜੇ ਕੁਛ ਸਾਡੇ ਸੱਭਿਆਚਾਰ ਆ ਨਾ ਜਿਨ੍ਹਾਂ ਨੂੰ ਆਪਾਂ ਕਲਚਰ ਬਣਾਇਆ ਹੋਇਆ ਜਿਹੜੇ ਕਿ ਸਾਡੇ ਇਹ ਤਰਜ਼ੇ ਜ਼ਿੰਦਗੀ ਸੱਭਿਆਚਾਰ ਹੁੰਦਾ ਸੱਭਿਆਚਾਰ ਕੋਈ ਮਾੜਮੱਤੀ ਗੱਲ ਹੋਵੇ ਕੱਪੜੇ ਪਾਉਣਾ ਨਹੀਂ ਗਾ ਵੀ ਪੰਜਾਬੀ ਅਸੀਂ ਕੱਪੜੇ ਪਾ ਲਏ ਤੇ ਅਸੀਂ ਮਤਲਬ ਬਹੁਤ ਮਾੜਮੱਤੇ ਹੋ ਗਏ ਹਨਾ ਸਾਡੇ ਸਿਰਾਂ ਵਿੱਚ ਕੀ ਆ ਉਹਦੇ ਆਧਾਰ ਤੇ ਸਾਡੀ ਤਰਜ਼ੇ ਜ਼ਿੰਦਗੀ ਆ ਉਹ ਸਾਡਾ ਸੱਭਿਆਚਾਰ ਆ ਤੇ ਜੇ ਸੱਭਿਆਚਾਰ ਦੇ ਵਿੱਚ ਆਹ ਦੱਬੜੂ ਘੁਸੜੂ ਹੈਗੀ ਆ ਵੀ ਬੇਈਮਾਨੀਆਂ ਅਸੀਂ ਕਰੀ ਵੀ ਜਾਂਦੇ ਆ ਤੇ ਆਪਣੇ ਆਪ ਨੂੰ ਅਣਖੀ ਤੇ ਗੈਰਤਮੰਦ ਵੀ ਸਮਝਦੇ ਆ ਤੇ ਮੈਨੂੰ ਲੱਗਦਾ ਵੀ ਇਹ ਸਾਡਾ ਦੋਹਰਾ ਕਿਰਦਾਰ ਤੇ ਵਿਚਾਰ ਲੈਣਾ ਚਾਹੀਦਾ ਸੋ ਹੁਣ ਐਟਲੀਸਟ ਇੱਕ ਹੋਰ ਕੇਸ ਦੇ ਵਿੱਚ ਘੱਟੋ ਘੱਟ ਜੀ ਵੀ ਲੜਕੇ ਵਾਲੇ ਜਿਹੜੇ ਇੱਥੇ ਮੁੜੇ ਆ ਵਿਆਹ ਕਰਾਉਣ ਤੋਂ ਬਿਨਾਂ ਉਹ ਲੜਕੀ ਵਾਲਿਆਂ ਨੂੰ 11 ਲੱਖ ਰੁਪਇਆ ਦੇ ਕੇ ਉੱਥੋਂ ਆਏ ਆ ਵਾਪਸ ਤੇ ਇਹਦੇ ਨਾਲ ਹੀ ਜਾਣੀ ਇੱਥੋਂ ਜਿਹੜੇ ਗਏ ਸੀਗੇ 5-6 ਹੋਰ ਜੀ ਪਰਿਵਾਰਾਂ ਦੇ ਸਾਰਿਆਂ ਨੂੰ ਬਰੰਗ ਕਹਿ ਲਓ ਵੀ ਬੇਰੰਗ ਉੱਥੇ ਬਰਾਤ ਜਿਹੜੀ ਵਾਪਸ ਜਾਂਦੀ ਨਾ ਬਿਨਾਂ ਵਿਆਹ ਤੋਂ ਉਹ ਕਿਹਾ ਜਾਂਦਾ ਜੀ ਵੀ ਇਹਨਾਂ ਨੂੰ ਬੇਰੰਗ ਵਾਪਸ ਮੁੜ ਗਏ ਸੋ ਇਹ ਹੁਣ ਤੁਸੀਂ ਦੇਖ ਲਓ ਵੀ ਕੈਨੇਡਾ ਤੋਂ ਇਹ ਬਰਾਤ ਜਾਣ ਵਾਲੀ ਗੱਲ ਹੋ ਗਈ ਨਾ ਵੀ ਜੇ ਵਿਆਹੁਣ ਵਾਲਾ ਮੁੰਡਾ ਨਾਲ ਹੀ ਤੋਂ ਲੈ ਕੇ ਗਏ ਜਿੰਨੇ ਵੀ ਜੀ ਗਏ ਵੀ ਉਹ ਇੱਕ ਤਰ੍ਹਾਂ ਦੀ ਬਰਾਤ ਹੀ ਹੋ ਗਈ ਜੀ ਤੇ ਜੇ ਉਹ ਵਿਆਹ ਤੋਂ ਬਿਨਾਂ ਮੁੜਿਆ ਏ ਤੇ ਵੀ ਪੰਜਾਬ ਤੋਂ ਕੈਨੇਡਾ 'ਚ ਬੇਰੰਗ ਵਾਪਸ ਜਿਹੜੀ ਆ ਬਰਾਤ ਉਹ ਮੁੜ ਆਈ ਆ ਹਨਾ ਜੀ ਸੋ ਇਸ ਕਰਕੇ ਨਾਨਕੇ ਮੇਲ ਵਗੈਰਾ ਸਭ ਕੁਛ ਨਾਲ ਹੁੰਦਾ ਸੋ ਇਹ ਆ ਜੀ ਵੀ ਇਹ ਹੁਣ
ਨੁਕਸ ਹੁਣ ਕੱਢੀ ਚੱਲੀਏ ਕੈਨੇਡਾ 'ਚ ਜਿੰਨੇ ਮਰਜ਼ੀ, ਪਰ ਕਰ ਕਰਾ ਕੇ ਜਾਣੀ ਕਿ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ ਜਿਹੜਾ ਉੱਥੋਂ ਕੱਢਣ ਦੇ ਲਈ ਆਪਾਂ ਇਹ ਵਿਆਹਾਂ ਦਾ ਆਸਰਾ ਲੈਂਦੇ ਹਾਂ। ਕਾਫੀ ਸਾਰੇ ਅੱਛੇ ਪਰਿਵਾਰ ਤਾਂ ਹੈਗੇ ਨੇ ਜਿਹੜੇ ਕਿ ਵੀ ਇਹਨਾਂ ਕੰਮਾਂ 'ਚ ਨਹੀਂ ਇੱਥੇ ਸ਼ਾਮਲ ਹੋਣਾ ਚਾਹੁੰਦੇ, ਪਰ ਪੀੜ੍ਹੀ ਦਰ ਪੀੜ੍ਹੀ, ਕਿਉਂਕਿ ਵੀਜ਼ਾ ਤੇ ਇਮੀਗ੍ਰੇਸ਼ਨ ਦਾ ਫਰਾਡ ਜਿਹੜਾ ਸਾਡੇ ਹੱਡਾਂ ਦੇ ਵਿੱਚ, ਸਾਡੇ ਗੋਡਿਆਂ ਦੇ ਵਿੱਚ, ਸਾਡੇ ਸਿਰਾਂ ਦੇ ਅੰਦਰ, ਸਾਡੇ ਖੂਨ ਦੇ ਵਿੱਚ, ਸਾਡੇ DNA ਦੇ ਵਿੱਚ ਰਚਿਆ ਹੋਇਆ ਵੀਜ਼ਾ ਤੇ ਇਮੀਗ੍ਰੇਸ਼ਨ ਦਾ ਫਰਾਡ, ਉਹਨੂੰ ਆਪਾਂ ਛੱਡ ਨਹੀਂ ਪਾ ਰਹੇ ਹਾਂ। ਇਹੋ ਜਿਹੀ ਕੌਮ ਆ, ਇਹ ਸੱਚ ਕਿਸੇ ਨੂੰ ਕੌੜਾ ਲੱਗ ਸਕਦਾ। ਕੋਈ ਕਹਿ ਸਕਦੇ ਆ ਵੀ ਇਹਦੀ ਗੱਲ ਨਾ ਕਰੋ, ਪਰ ਜੇ ਭਾਈ ਸਾਹਿਬ ਜੀ ਗੱਲਾਂ ਕਰੋਗੇ ਨਹੀਂ ਤੇ ਇਹ ਸਾਡੇ ਨੁਕਸ ਨਹੀਂ ਦੂਰ ਹੋਣੇ। ਹੁਣ ਧਰਤੀ ਤਾਂ ਗਾਹ ਮੁੱਕ ਗਈ ਆ, ਤੇ ਆਓ 84 ਲੱਖ ਜੂਨਾਂ ਤੋਂ ਬਾਅਦ ਇਸ ਜੀਵਨ ਦੇ ਵਿੱਚ ਇਹਨਾਂ ਨੁਕਸਾਂ ਦੀ ਗੱਲ ਵੀ ਕਰ ਲਈਏ, ਇਹਨਾਂ ਨੂੰ ਦੂਰ ਕਰਨ ਲਈ ਕੋਈ ਪਲਾਂਘ ਵੀ ਪੁੱਟ ਲਈਏ। ਦਮਗਤੀ ਨਾ ਮਾਰੀ ਜਾਈਏ ਖਾਲਸਾ ਸਾਜਨਾ ਦਿਵਸ ਤੇ। ਉਹ ਕਾਹਦਾ ਹੋਇਆ ਖਾਲਸਾ ਸਾਜਨਾ ਦਿਵਸ? ਜੇ ਕਿਸੇ ਨੇ ਜੌਬ ਲੈਟਰ LMIਆਂ ਵੇਚ ਕੇ ਤਨਖਾਹਾਂ ਮਾਰ ਕੇ ਕਿਸੇ ਦੀਆਂ ਘਰ ਵੱਡਾ ਕੀਤਾ, ਉਸ ਘਰ ਦੇ ਵਿੱਚ ਅੱਜ ਜੇ ਵਿਸਾਖੀ ਜਾਂ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ, ਤੇ ਮੈਂ ਸਮਝਾਂਗਾ ਵੀ ਚੱਪਣੀ ਦਾ ਜਿਹੜਾ ਨਾਕਿਆ ਨਹੀਂ, ਮਤਲਬ ਡੋਬ ਕੇ ਮਰ ਜਾਣਾ ਚਾਹੀਦਾ ਪਾਣੀ 'ਚ। ਮਨਾਇਆ ਜਾ ਰਿਹਾ ਖਾਲਸਾ ਸਾਜਨਾ ਦਿਵਸ ਉਸ ਵੱਡੇ ਘਰ ਦੇ ਵਿੱਚ ਜਿਹੜਾ ਕਿ ਫਰਜ਼ ਕੀਤਾ ਬੇਈਮਾਨੀਆਂ ਦੇ ਨਾਲ ਵੱਡਾ ਕੀਤਾ ਹੋਊਗਾ, ਹਨਾ, ਕੈਨੇਡਾ ਦੇ ਵਿੱਚ ਆ ਕੇ ਜੀ, ਕੈਨੇਡਾ ਦੇ ਵਿੱਚ ਆ ਕੇ। ਸੋ ਇਸ ਕਰਕੇ ਅਸੀਂ ਚੱਲੇ ਕਿਹੜੇ ਕੰਮ ਆ? ਉਹ ਕੰਮਾਂ ਦੇ ਨਾਲ ਜੇ ਕਿਸੇ ਨੇ ਮਿਹਨਤ ਮੁਸ਼ੱਕਤ ਕੀਤੀ ਆ ਤੇ ਸੀਸ ਨਿਵਾਉਣੇ ਆ, ਪਰ ਜਿਹਨੇ ਬੇਈਮਾਨੀਆਂ ਦੇ ਨਾਲ ਆਪਣੇ ਕਾਫਲੇ ਵੱਡੇ ਕੀਤੇ ਆ, ਇਸ ਤਰ੍ਹਾਂ ਦੇ ਜਾਣੇ ਕੰਮ ਕਰਨੇ ਅਸੀਂ ਜਾਰੀ ਰੱਖੇ ਹੋਏ ਆ। ਵੀ ਆਹ ਵਿਆਹਾਂ ਦਾ ਜਿਹੜਾ ਮਾਣ ਮੱਤਾ ਸਾਡਾ ਕਲਚਰ ਸੀਗਾ, ਅੱਜ ਕੈਨੇਡਾ ਤੱਕ ਵੀ ਪਹੁੰਚ ਕੇ ਗੁਰੂਆਂ ਦੀ ਵਰਸੋਈ ਤੋਂ ਸਾਨੂੰ ਧਰਤੀ ਤੋਂ ਦੰਦ ਖੱਟੇ ਹੋਣੇ ਪੈ ਰਹੇ ਆ। ਆਪੋ ਆਪਣੇ ਹੁਣ ਚਲੋ ਨੁਕਸ ਤੇ ਇੱਧਰ ਵਾਲੀ ਪਾਰਟੀ ਨੇ ਉਹਨਾਂ ਦੇ ਕੱਢਣੇ ਹੁੰਦੇ ਆ, ਉੱਧਰ ਵਾਲੀ ਧਿਰ ਨੇ ਅਰਸ਼ ਇਹਨਾਂ ਦੇ ਕੱਢਣੇ ਹੁੰਦੇ ਆ। ਉਹ ਇੱਕ ਘੱਟੋ ਘੱਟ ਵਿਆਹ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਮੁੰਡਾ ਜਿਹੜਾ ਉਹ ਜੀ ਵੀ ਕਾਰ ਮੰਗਣ ਲੱਗ ਪਏ ਸੀ ਬਾਅਦ ਵਿੱਚ, ਹਨਾ। ਹੁਣ ਜਦੋਂ ਆਪਾਂ ਇੱਕ ਪਾਸੇ ਦੀ ਧਿਰ ਨੂੰ ਸੁਣੀਏ, ਹੁਣ ਮੁੰਡੇ ਵਾਲਿਆਂ ਨੂੰ ਜੇ ਸੁਣੀਏ ਤੇ ਉਹਨਾਂ ਨੇ ਆਪਣੀ ਕਹਾਣੀ ਕੋਈ ਹੋਰ ਹੀ ਦੱਸਣੀ ਆ। ਪਰ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਜਿਹੜੀਆਂ ਚੀਜ਼ਾਂ ਬਾਅਦ ਦੇ ਵਿੱਚ ਆਪਾਂ ਫਿਰ ਪਛਤਾਉਨੇ ਆ। ਲੱਗਦਾ ਇਹ ਆ ਵੀ ਜਿਹੜਾ ਦਬੜੂ ਕੁਸਬੜੂ ਅਸੀਂ ਇਸ ਮੁਲਕ ਦੇ ਵਿੱਚ ਕਰਦੇ ਆ ਨਾ ਕਿਤੇ ਸਾਨੂੰ ਥੋੜਾ ਜਿਹਾ ਸਪਸ਼ਟ ਸਾਫ਼ ਸੁਥਰੇ ਰਹਿਣਾ ਚਾਹੀਦਾ, ਵਧੀਆ ਰਹਿਣਾ ਚਾਹੀਦਾ, ਸਿੰਪਲ ਰੱਖਣਾ ਚਾਹੀਦਾ ਵਿਆਹਾਂ ਦਾ ਆਨੰਦ ਕਾਰਜ। ਆਨੰਦ ਕਾਰਜ ਇੱਕ ਸਾਦਾ ਰਸਮ ਆ, ਗੁਰੂ ਸਾਹਿਬ ਨੇ ਸਿਰਜੀ ਹੋਈ ਆ। ਅਸੀਂ ਇਹਦੇ ਵਿੱਚ ਕਿੰਨੀ ਡਰਾਮੇਬਾਜ਼ੀ ਸ਼ਾਮਲ ਕਰ ਲਈ ਆ ਵੀ ਕਈ ਵਾਰੀ ਇਹ ਲਫ਼ਜ਼ ਮਾੜਾ ਲੱਗਦਾ ਵੀ ਕੰਜਰੀਆਂ ਤੱਕ ਨਚਾਉਣ ਜਾਂਦੇ ਆ, ਹਨਾ, ਵਿਆਹਾਂ ਦੇ ਵਿੱਚ। ਇਹ ਆਨੰਦ ਕਾਰਜ ਇਹ ਮਤਲਬ ਕਿੰਨੀ ਸ਼ੁਭ ਰਸਮ ਆ, ਜਿਹਨੂੰ ਅਸੀਂ ਕਿੰਨਾ ਵਿਗਾੜ ਦਿੱਤਾ ਹੋਇਆ। ਮੈਂ ਸਮਝਾਂਗਾ ਕਿ ਅੱਜ ਦੇ ਇਸ ਚੱਲ ਰਹੇ ਸਮੇਂ ਦੇ ਵਿੱਚ ਤੁਸੀਂ ਅਦਾਲਤਾਂ ਵੱਲ ਝਾਤੀ ਮਾਰ ਲਓ, ਫਾਈਲਾਂ ਫਰੋਲ ਕੇ ਦੇਖ ਲਓ, ਇਹ ਗੱਲ ਬਣਦੀ ਆ ਕਿ ਸਾਦਾ ਆਨੰਦ ਕਾਰਜ ਕਰ ਲਓ। ਜੇ 4-5 ਸਾਲ ਕੱਢ ਜੇ ਜੋੜੀ ਤੇ ਫੇਰ ਵੱਡੀ ਪਾਰਟੀ ਕਰ ਲਓ, ਨਹੀਂ ਤੇ ਬੈਠੇ ਰਹੋ ਆਰਾਮ ਨਾਲ, ਜੇ ਤੁਸੀਂ ਉਜਾੜੇ ਤੋਂ ਬਚਣਾ ਤਾਂ। ਤੇ ਜੇ ਐਵੇਂ ਹੀ ਜਾਣੀ ਕਿ ਅੱਡੀ ਚੁੱਕ ਕੇ ਫਾਹੇ ਲੈਣੇ ਆ ਤੇ ਫਿਰ ਆ ਤੁਹਾਡੇ ਸਾਹਮਣੇ ਹੀ ਆ ਜੋ ਕੁਛ ਵਾਪਰ ਰਿਹਾ। ਇੱਕ ਦੂਜੇ ਦੇ ਨੁਕਸ ਕੱਢੀ ਚੱਲੋ ਤੇ ਨੁਕਸ ਲੱਭਦਾ ਹੁੰਦਾ ਹੀ ਨਹੀਂ ਵੀ ਹੈ ਕਿਹਦੇ ਚ ਅਸਲ ਚ, ਹਨਾ ਜੀ। ਮੰਨਦਾ ਤੇ ਕੋਈ ਹੈ ਹੀ ਨਹੀਂ ਹੈ, ਮੰਨਦੀ ਤੇ ਕੋਈ ਹੈ ਹੀ ਨਹੀਂ ਹੈ ਵੀ ਮੇਰੇ ਚ ਵੀ ਕੋਈ ਕਮੀ ਹੈ ਜੀ। ਇਸ ਕਰਕੇ ਥੋੜਾ ਜਿਹਾ ਲੱਗਦਾ ਵੀ ਸਾਨੂੰ ਸਾਦਗੀ ਵਾਲੇ ਪਾਸੇ ਨੂੰ ਤੁਰਨਾ ਪੈਣਾ, ਜੋ ਸਾਡੀ ਗੁਰੂ ਸਾਹਿਬ ਦੀ ਸਾਨੂੰ ਸਿੱਖਿਆ ਆ। ਪਰ ਇਹ ਤਮਾਸ਼ੇ ਆਪਾਂ ਕਰਨੋਂ ਹਟਦੇ ਨਹੀਂ, ਤੇ ਜਿਸ ਕਰਕੇ ਫਿਰ ਖਾਲਸਾ ਸਾਜਨਾ ਦਿਵਸ ਵੀ ਇਹ ਗੱਲਾਂ ਬਾਤਾਂ ਚ ਮਨਾਇਆ ਬੇਕਾਰ ਹੈ। ਮੈਂ ਸਮਝਾਂਗਾ ਖਾਲਸ ਉਹ ਵਿਅਕਤੀ ਆ ਜਿਹਨੇ ਗੁਰੂ ਸਾਹਿਬ ਨੇ ਜੋ ਇਹ ਅੱਜ ਵੀ ਤੁਸੀਂ ਜਾਤਾਂ ਪਾਤਾਂ ਚ ਪਏ ਹੋਏ ਹੋ। ਜਦੋਂ ਤੁਸੀਂ ਰਿਸ਼ਤਾ ਗੰਢਣਾ ਪਹਿਲੀ ਗੱਲ ਪੁੱਛਦੇ ਆ ਵੀ ਇਹਦੀ ਜਾਤ ਕੀ ਆ, ਤੇ ਨਾਲ ਤੁਸੀਂ ਖਾਲਸਾ ਸਾਜਨਾ ਦਿਵਸ ਮਨਾ ਰਹੇ, ਸੰਗ ਨਹੀਂ ਆਉਂਦੀ। ਉਹ ਚੱਪਣੀ ਦਿਸਦੀ ਆ। ਜਾਤ ਪਾਤ ਗੁਰੂ ਸਾਹਿਬ ਨੇ ਖਾਲਸਾ ਸਾਜਨਾ ਦਿਵਸ ਸਿਰਜ ਕੇ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਜਾਤ ਪਾਤ ਹੀ ਪਹਿਲਾਂ ਮੁਕਾਉਣਾ ਉਹਨਾਂ ਦਾ ਕੰਮ ਸੀ। ਅੱਜ 300 ਤੋਂ ਜ਼ਿਆਦਾ ਸਾਲ ਹੋ ਗਏ ਆ ਤੇ ਨਾਲ ਪੀੜ੍ਹੀ ਦਰ ਪੀੜ੍ਹੀ ਇਹ ਲਈ ਫਿਰਦੇ ਆ, ਨਾਲ ਕਹਿੰਦੇ ਅਸੀਂ ਖਾਲਸੇ ਆ। ਕਮਾਲ ਦੇ ਖਾਲਸੇ ਆ ਆਪਾਂ, ਮੈਂ ਹੈਰਾਨ ਆ। ਸੋ ਇਸ ਕਰਕੇ ਦੁਨੀਆ ਨੂੰ ਖਾਲਸ ਦੇਖਣਾ ਛੱਡੀਏ। ਸਾਰੀ ਦੁਨੀਆ ਨੇ ਕਦੇ ਖਾਲਸ ਨਹੀਂ ਬਣਨਾ ਵੀ ਤੁਸੀਂ ਫੇਰ ਬਣੋਗੇ। ਆਓ ਪਹਿਲਾਂ ਆਪਣੇ ਆਪ ਨੂੰ ਖਾਲਸ ਬਣਾਈਏ ਤੇ ਫਿਰ ਸਾਰੀ ਦੁਨੀਆ ਖਾਲਸ ਨਜ਼ਰ ਆਊਗੀ। ਡਰਾਮੇ ਕਰਨੇ ਬੰਦ ਕਰੀਏ ਸਾਰੀ ਧਰਤੀ ਤੇ ਗਾਹ ਕੇ, ਮਤਲਬ ਕਿ ਦੇਸ਼ ਇੱਕ ਬਦਲ ਕੇ। ਇੱਥੇ ਆ ਕੇ ਵੀ ਜੇ ਸਾਨੂੰ ਦੁੱਖ ਹੀ ਮਿਲ ਰਿਹਾ ਤੇ ਮੈਂ ਹੈਰਾਨ ਆ, ਗਾਂ ਤੇ ਹੁਣ ਧਰਤੀ ਬੰਦ ਆ, ਫਿਰ ਖਤਮ ਆ। ਥੋੜਾ ਜਿਹਾ ਅਸੀਂ ਸੋਚੀਏ ਆਪਣੇ ਕਿਰਦਾਰਾਂ ਦੇ ਬਾਰੇ ਚ। ਖਾਲਸਾ ਸਾਜਨਾ ਦਿਵਸ ਵਾਲੇ ਦਿਨ ਹੀ ਸੋਚ ਲਈਏ। ਖਾਲਸਾ ਸਾਜਨਾ ਦਿਵਸ ਮਨਾਇਆ ਸਾਰਥਕ ਤਾਂ ਆ ਜੇ ਘੱਟੋ ਘੱਟ ਉਦੋਂ ਤੋਂ ਹੀ ਅਸੀਂ ਐਦ ਕਰ ਲਿਆ ਜੀ, ਮਾਫੀ ਚਾਹੁੰਦੇ ਆ ਪਿਛਲੇ 300 ਸਾਲ ਜੋ ਹੋ ਗਿਆ। ਅੱਜ ਤੋਂ ਬਾਅਦ ਜੋ ਖਾਲਸਾ ਅੱਜ ਤੋਂ ਬਾਅਦ ਅਸੀਂ ਖਾਲਸ ਹੋ ਜਾਵਾਂਗੇ। ਐਵੇਂ ਹੀ ਨਹੀਂ ਤਾਂ ਫਿਰ ਇੱਧਰ ਉੱਧਰ ਖਾਲਸਾ ਸਾਜਨਾ ਦਿਵਸ ਦੀਆਂ ਕਾਹਦੀਆਂ ਵਧਾਈਆਂ ਜਦੋਂ ਅਸੀਂ ਖਾਲਸ ਹੈ ਹੀ ਨਹੀਂ ਹੈ। ਜਦੋਂ ਗੱਲਾਂ ਹੀ ਸਾਡੀਆਂ ਕਿਤਾਬੀ ਆ ਸਾਰੀਆਂ, ਬਾਣੀ ਨੂੰ ਮੱਥਾ ਟੇਕੀ ਜਾ ਰਹੇ, ਡਰਾਮਾ ਕਰੀ ਜਾ ਰਹੇ, ਬਾਣੀ ਦੇ ਸੰਦੇਸ਼ ਜ਼ਿੰਦਗੀ ਚ ਅਪਲਾਈ ਨਹੀਂ ਕੀਤੇ, ਕਾਹਦੇ ਖਾਲਸ ਹੋਏ ਅਸੀਂ।
ਸੋ ਇਸ ਕਰਕੇ ਆ ਜਿਹੜੀਆਂ ਹੁਣ ਇਸ ਤਰ੍ਹਾਂ ਦੇ ਦੁੱਖ ਬਾਅਦ ਦੇ ਵਿੱਚ ਆਪਾਂ ਰੋਂਦੇ ਆ, ਸਾਹਮਣੇ ਆਉਂਦੀਆਂ ਕਹਾਣੀਆਂ, ਇਹ ਸਾਡੇ ਖਾਲਸ ਹੋਣ ਦੀਆਂ ਨਿਸ਼ਾਨੀਆਂ ਨਹੀਂ, ਭਾਵੇਂ ਧਿਰ ਇੱਕ ਦਾ ਕਸੂਰ ਹੋਵੇ ਜਾਂ ਦੋਵਾਂ ਦਾ, ਪਰ ਕਿਤੇ ਨਾ ਕਿਤੇ ਜਿੱਦਾਂ ਕਹਿੰਦੇ ਵੀ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਹੈ। ਇੱਕ ਪਾਸੇ ਕੋਈ ਜ਼ਿਆਦਾ ਨੁਕਸ ਹੋ ਸਕਦਾ, ਦੂਜੇ ਪਾਸੇ ਘੱਟ। ਇਹ ਬੇਇਨਸਾਫੀਆਂ ਚਲੋ ਬਹੁਤ ਸਾਰੇ ਭੈਣ ਭਰਾਵਾਂ ਨਾਲ ਹੋ ਵੀ ਜਾਂਦੀਆਂ ਨੇ, ਕਿਉਂਕਿ ਕੈਨੇਡੀਅਨ ਬੋਰਨ ਨੇ ਨਾ ਜਿਹੜੇ ਲੜਕੇ ਜਾਂ ਲੜਕੀਆਂ, ਉਹਨਾਂ ਦੇ ਮਨਾਂ ਦੇ ਵਿੱਚ ਇੰਨੇ ਵਾਲਫੇਰ ਹੁੰਦੇ ਨਹੀਂ ਕਈ ਵਾਰੀ। ਪਰ ਹੁਣ ਆਪਣੇ ਘਰਾਂ ਦੇ ਵਿੱਚ ਫਰਜ਼ ਕਰੋ ਵੀ ਜੇ ਕੋਈ LMI ਵੇਚਣ ਵਾਲਾ ਪੇਰੈਂਟ ਹੈ, ਉਹਦੀ ਔਲਾਦ ਦੇ ਮਨਾਂ ਦੇ ਵਿੱਚ ਤੇ ਬੇਈਮਾਨੀਆਂ ਹੁੰਦੀਆਂ ਹੀ ਆ, ਜੇ ਉਹ ਵੀ ਤਾਂ LMI ਵੇਚ ਰਿਹਾ ਬਿਜ਼ਨਸ ਟੇਕ ਓਵਰ ਕਰਕੇ। ਸੋ ਤਦ ਕਰਕੇ ਇਹ ਆ ਵੀ ਬੱਚਿਆਂ ਨੂੰ ਘਰੋਂ ਕੀ ਮਿਲਦਾ, ਇਹ ਬਹੁਤ ਗੱਲ ਮੈਟਰ ਕਰਦੀ ਹੈ ਜੀ। ਪਰ ਦੂਸਰੇ ਪਾਸੇ ਆ ਜੀ ਵੀ ਜੋ ਕੁਝ ਇਹ ਵਾਪਰ ਰਿਹਾ ਅੱਜ ਕੈਨੇਡਾ 'ਚ ਸਥਾਪਿਤ ਹੋਣ ਦੇ ਨਾਲ ਵੀ ਸਾਡੇ ਨਾਲ, ਇਹ ਪੰਜਾਬ ਦੀ ਗੁਰੂਆਂ ਦੀ ਵਰਸੋਈ ਧਰਤੀ ਤੇ ਕਿਸੇ ਦਿਨ ਬੜੀ ਸਾਡੇ ਨਾਲ ਉੱਥੇ ਇੱਜ਼ਤ ਮਾਣ ਦੇ ਨਾਲੋਂ ਪੇਸ਼ ਆਉਂਦੇ ਸੀ ਲੋਕ, ਅੱਜ ਦੁਰਕਾਰਿਆ ਜਾ ਰਿਹਾ। ਅੱਜ ਤੁਸੀਂ ਭੱਜ ਰਹੇ ਹੋ ਉੱਥੋਂ ਜਾਨਾਂ ਬਚਾ ਕੇ, ਕੀ ਹਾਲਾਤ ਬਣ ਗਏ, ਕਿੱਦਾਂ ਇਹ ਸਾਰਾ, ਕਿੱਦਾਂ ਇਹ ਟਰਾਂਸਫਾਰਮ ਹੋਇਆ ਕਿਰਦਾਰ, ਜਾਣੀ ਪਿਛਲੇ 30 ਕੁ ਸਾਲਾਂ ਦੇ ਵਿੱਚ। ਅੱਜ ਤੋਂ 30 ਸਾਲ ਪਹਿਲਾਂ ਦਾ ਪੰਜਾਬੀਆਂ ਦਾ ਵਿਵਹਾਰ ਕੈਨੇਡਾ ਦੇ ਲੋਕਾਂ ਨਾਲ ਦੇਖ ਲਓ, ਤੇ ਅੱਜ ਦਾ ਵਿਵਹਾਰ ਕੈਨੇਡਾ ਦੇ ਲੋਕਾਂ ਨਾਲ ਉੱਥੇ ਪੰਜਾਬ ਬੈਠੇ ਲੋਕਾਂ ਦਾ ਦੇਖ ਲਓ। ਇਹ ਸਾਡੇ ਕਿਰਦਾਰ ਕਰਕੇ ਆ, ਨੁਕਸ ਕੱਲਾ ਪੰਜਾਬ ਦੇ ਲੋਕਾਂ ਦਾ ਨਾ ਕੱਢਿਓ। ਬਹੁਤ ਡਿਟੇਲ ਦੇ ਨਾਲ ਤੁਸੀਂ ਗੱਲਬਾਤ ਸੁਣੀ, ਐਂਡ ਤੁਸੀਂ ਵੀ ਕੋਈ ਆਪਣਾ ਸਵਾਲ ਜਾਂ ਜਵਾਬ ਕਰਨਾ ਚਾਹੁੰਦੇ ਤਾਂ ਜੌਲ ਸਾਹਿਬ ਦੇ ਨਾਲ ਟਾਈਮ ਦੀ ਕਮੀ ਹੈ ਜੀ, ਪਰੰਤੂ ਤੁਸੀਂ ਕਾਲ ਕਰ ਸਕਦੇ ਹੋ ਡਾਇਰੈਕਟਲੀ 416-895-3784 416-895-3784 ਤੇ ਜੌਲ ਸਾਹਿਬ ਦੇ ਨਾਲ ਡਾਇਰੈਕਟਲੀ ਗੱਲਬਾਤ ਕੀਤੀ ਜਾ ਸਕਦੀ ਹੈ। ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।